ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖੁਸ਼ ਗੁਰਬਾਣੀ ਵਿੱਚ ਆਪ ਸਭ ਦਾ ਸਵਾਗਤ ਹੈ ਜੀ। ਸਭ ਨੂੰ ਜੀ ਆਇਆਂ ਜੀ। ਆਓ ਅਸੀਂ ਸਾਰੇ ਮਿਲ ਕੇ ਪਹਿਲਾਂ ਸ਼ਬਦ ਦਾ ਉਚਾਰਨ ਅਤੇ ਉਸ ਤੋਂ ਉਪਰੰਤ ਉਸਦੇ ਅਰਥ ਕਰਾਂਗੇ। ਮਾਝ ਮਹੱਲਾ ਪੰਜਵਾਂ। ਮਨ ਤਨ ਰਤਾ ਰਾਮ ਪਿਆਰੇ, ਸਰਬਸ ਦੀਜੇ ਆਪਣਾ ਵਾਰੇ। ਆਠ ਪਹਿਰ ਗੋਬਿੰਦ ਗੁਣ ਗਾਈਏ, ਬਿਸਰ ਨਾਹੀ ਕੋਈ ਸਾਸਾ ਜੀਓ। सोई साजन मीत प्यारा, राम नाम साध संग बिचारा। साधु संग तरीजे सागर, कटिए जम की फासा जियो। चार पदार्थ हर की सेवा, पार जात जब अलख अभेवा। काम क्रोध किल विख गुर काटे, पूरन होई आसा जियो। पूरन भाग पए जिस प्राणी, साध संग मिले सारंग पाणी। नानक नाम वसिया जिस अंतर, परवान गृहस्थ उदासा जियो। पूरन भाग पए जिस प्राणी, साध संग मिले सारंग पाणी। नानक नाम वसिया जिस अंतर, परवान गृहस्थ उदासा जियो। गुरु जी ਕਹਿੰਦੇ ਹਨ ਕਿ ਹੇ ਭਾਈ, ਜੇ ਤੂੰ ਇਹ ਚਾਹੁੰਦਾ ਹੈ ਕਿ ਤੇਰਾ ਮਨ, ਤੇਰਾ ਤਨ ਪਿਆਰੇ ਪ੍ਰਭੂ ਦੇ ਪ੍ਰੇਮ ਰੰਗ ਵਿੱਚ ਰੰਗਿਆ ਰਹੇ, ਤਾਂ ਆਪਣਾ ਸਭ ਕੁਝ ਉਸ ਅੱਗੇ ਵਾਰ ਦੇਣਾ ਚਾਹੀਦਾ ਹੈ ਜੀ। ਭਾਵ ਕਿ ਆਪਣਾ ਆਪ ਸਾਰਾ ਕੁਝ ਉਸ ਦਾ ਹੁਕਮ ਮੰਨ ਕੇ ਚੱਲਣਾ ਚਾਹੀਦਾ ਹੈ ਜੀ। ਅੱਠੇ ਪਹਿਰ ਗੋਬਿੰਦ ਦੇ ਗੁਣ ਗਾਣੇ ਚਾਹੀਦੇ ਹਨ ਜੀ। ਇਹ ਭਾਈ, ਕੋਈ ਇੱਕ ਸਾਹ ਲੈਂਦਿਆਂ ਵੀ ਪਰਮਾਤਮਾ ਨੂੰ ਨਹੀਂ ਭੁੱਲਣਾ ਚਾਹੀਦਾ ਜੀ। ਫਿਰ ਗੁਰੂ ਜੀ ਕਹਿੰਦੇ ਹਨ ਕਿ ਉਹੀ ਸੱਜਣ ਪ੍ਰਭੂ ਦਾ ਪਿਆਰਾ ਮੇਰਾ ਮਿੱਤਰ ਹੈ, ਜਿਹੜਾ ਮਨੁੱਖ ਸਾਧ ਸੰਗ ਵਿੱਚ ਟਿਕ ਕੇ ਪਰਮਾਤਮਾ ਦੇ ਨਾਮ ਨੂੰ ਵਿਚਾਰਦਾ ਹੈ ਅਤੇ ਸਾਧ ਸੰਗਤ ਵਿੱਚ ਜਾਣ ਨਾਲ ਸੰਸਾਰ ਸਮੁੰਦਰ ਭਵ ਸਾਗਰ ਤੋਂ ਪਾਰ ਲੰਘ ਸਕੀਦਾ ਹੈ ਅਤੇ ਜਮਾਂ ਵਾਲੀ ਫਾਹੀ ਕੱਟੀ ਜਾਂਦੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਕਿ ਇਹ ਭਾਈ, ਪਰਮਾਤਮਾ ਦੀ ਸੇਵਾ ਭਗਤੀ ਮਾਨੋ ਦੁਨੀਆ ਦੇ ਪ੍ਰਸਿੱਧ ਚਾਰ ਪਦਾਰਥ ਧਰਮ, ਅਰਥ, ਕਾਮ, ਮੋਖ ਹਨ। ਇਹ ਭਾਈ, ਅਲਖ ਅਭੇਵ ਪ੍ਰਭੂ ਦਾ ਨਾਮ ਜਪ ਇਹੀ ਪਰਾਜਾਤ ਦਰਖਤ ਮਾਨੋ ਪੂਰੀਆਂ ਮਨੋਕਾਮਨਾ ਪੂਰੀਆਂ ਕਰਨ ਵਾਲਾ ਹੈ ਜੀ। ਜਿਸ ਮਨੁੱਖ ਦੇ ਅੰਦਰੋਂ ਗੁਰੂ ਨੇ ਕਾਮ ਦੂਰ ਕਰ ਦਿੱਤਾ ਹੈ, ਕ੍ਰੋਧ ਦੂਰ ਕਰ ਦਿੱਤਾ ਹੈ, ਜਿਸ ਦੇ ਸਾਰੇ ਪਾਪ ਗੁਰੂ ਨੇ ਕੱਟ ਦਿੱਤੇ ਹਨ, ਉਸ ਦੀ ਹਰ ਇੱਕ ਕਿਸਮ ਦੀ ਆਸਾ ਪੂਰੀ ਹੋ ਜਾਂਦੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਇਹ ਭਾਈ, ਜਿਸ ਮਨੁੱਖ ਦੇ ਪੂਰੇ ਭਾਗ ਜਾਗ ਪੈਣ, ਉਸਨੂੰ ਸਾਧ ਸੰਗਤ ਦੁਆਰਾ ਪਰਮਾਤਮਾ ਮਿਲ ਜਾਂਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਹੇ ਨਾਨਕ, ਜਿਸ ਮਨੁੱਖ ਦੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਵਸ ਜਾਂਦਾ ਹੈ, ਉਹ ਗ੍ਰਸਤੀ ਹੁੰਦਾ ਹੋਇਆ ਵੀ ਮਾਇਆ ਤੋਂ ਨਿਰਲੇਪ ਰਹਿੰਦਾ ਹੈ ਅਤੇ ਉਹ ਪ੍ਰਭੂ ਦੇ ਦਰ 'ਤੇ ਕਬੂਲ ਹੁੰਦਾ ਹੈ ਜੀ। ਇਸ ਸ਼ਬਦ ਵਿੱਚ ਗੁਰੂ ਜੀ ਇਹਨਾਂ ਪੰਕਤੀਆਂ ਵਿੱਚ ਸਾਨੂੰ ਦੱਸਦੇ ਹਨ, ਮਨ ਤਨ ਰਤਾ ਰਾਮ ਪਿਆਰੇ, ਸਰਬਸ ਦੀਜੇ ਆਪਣਾ ਵਾਰੇ। ਹੇ ਭਾਈ, ਜੇ ਤੂੰ ਇਹ ਲੋੜਦਾ ਹੈ ਕਿ ਤੇਰਾ ਸਰੀਰ ਪਿਆਰੇ ਪ੍ਰਭੂ ਦੇ ਪ੍ਰੇਮ ਰੰਗ ਵਿੱਚ ਰੰਗਿਆ ਰਹੇ, ਤਾਂ ਆਪਣਾ ਸਭ ਕੁਝ ਸਦਕੇ ਕਰਕੇ ਉਸ ਪ੍ਰੇਮ ਦੇ ਵੱਟੇ ਦੇਣਾ ਚਾਹੀਦਾ ਹੈ। ਭਾਵ ਸਾਨੂੰ ਗੁਰੂ ਦੀ ਸਿੱਖ ਲੈ ਕੇ ਉਸ 'ਤੇ ਚੱਲਦਿਆਂ ਪੂਰਨ ਤੌਰ 'ਤੇ ਪਰਮਾਤਮਾ ਨੂੰ
ਦਾ ਹੁਕਮ ਸਮਝ ਕੇ ਉਸ 'ਤੇ ਚੱਲਣਾ ਚਾਹੀਦਾ ਹੈ ਜੀ। ਇਸ ਅਤੇ ਸੱਚੇ ਗੁਰਮੁਖ ਦਾ ਜੀਵਨ ਬਿਤਾਉਣਾ ਚਾਹੀਦਾ ਹੈ ਜੀ। ਮਨੁੱਖੀ ਜੀਵਨ ਦਾ ਅਸਲ ਮਨੋਰਥ ਪ੍ਰਭੂ ਦਾ ਸਿਮਰਨ ਕਰਕੇ ਉਸ ਨਾਲ ਇਕਮਿਕ ਹੋਣਾ ਹੈ, ਕਿਉਂਕਿ ਜੀਵ ਉਸ ਪ੍ਰਭੂ ਨਾਲ ਜਨਮਾਂ ਜਨਮਾਂ ਤੋਂ ਵਿਛੜਿਆ ਆ ਰਿਹਾ ਹੈ ਜੀ। ਉਸ ਪ੍ਰਭੂ ਦੇ ਗੁਣ ਗਾਉਣਾ ਤੇ ਸਿਫਤ ਕਰਨ ਦਾ ਸਭ ਤੋਂ ਉੱਤਮ ਵਸੀਲਾ ਗੁਰਬਾਣੀ ਦੀ ਸੇਧ 'ਤੇ ਚੱਲਣਾ ਅਤੇ ਸਾਧ ਸੰਗਤ ਹੈ। ਸਤਸੰਗ ਇੱਕ ਕਿਲੇ ਦੇ ਸਮਾਨ ਹੈ ਅਤੇ ਜਿਸ ਦੇ ਅੰਦਰ ਕਾਮ, ਕ੍ਰੋਧ ਆਦਿ ਵੈਰੀ ਦਾਖਲ ਨਹੀਂ ਹੋ ਸਕਦੇ। ਗੁਰੂ ਦਾ ਸ਼ਬਦ ਸਤ ਸੰਗਤ ਵਿੱਚ ਨਾਮ ਸਿਮਰਨ ਕੀਤਿਆਂ ਸਭ ਪਦਾਰਥਾਂ ਦੀ ਪ੍ਰਾਪਤੀ ਹੋ ਜਾਂਦੀ ਹੈ ਜੀ। ਨਾਮ ਸਿਮਰਨ ਵਾਸਤੇ ਜੰਗਲਾਂ ਵਿੱਚ ਜਾਣ ਦੀ ਲੋੜ ਨਹੀਂ। ਇਹ ਜ਼ਰੂਰੀ ਨਹੀਂ ਕਿ ਨਾਮ ਸਿਮਰਨ ਦੀ ਕਮਾਈ ਅਤੀਤ ਬਣ ਕੇ ਹੀ ਹੋ ਸਕਦੀ ਹੈ। ਗ੍ਰਹਿਸਥ ਵਿੱਚ ਰਹਿੰਦਿਆਂ ਅਤੀਤ ਰਹਿ ਕੇ ਵਿਰਸੀਲੇ ਪ੍ਰਭੂ ਦੀ ਪ੍ਰਾਪਤੀ ਹੋ ਸਕਦੀ ਹੈ। ਕੇਵਲ ਨਾਮ ਨੂੰ ਹਿਰਦੇ ਵਿੱਚ ਵਸਾਉਣਾ ਹੈ ਅਤੇ ਉਸਦੇ ਦੱਸੇ ਰਸਤੇ 'ਤੇ ਚੱਲਣਾ ਹੈ ਜੀ। ਗੁਰੂ ਜੀ ਦੱਸਦੇ ਹਨ ਕਿ ਸਾਧ ਸੰਗਤ ਅਤੇ ਗੁਰੂ ਦੀ ਸ਼ਬਦ ਦੀ ਸਿੱਖ ਲੈ ਕੇ ਜਿਉਣ ਵਾਲਾ ਸਾਧਕ ਇੱਕ ਸੱਚਾ ਮਿੱਤਰ ਅਤੇ ਸ੍ਰੇਸ਼ਟ ਵਿਅਕਤੀ ਹੈ ਜੀ। ਸਾਧ ਸੰਗਤ ਅਤੇ ਗੁਰੂ ਦੀ ਬਾਣੀ ਦੀ ਓਟ ਲੈ ਕੇ ਚੱਲਣ ਵਾਲਾ ਹੀ ਇਸ ਸੰਸਾਰ ਭਵ ਸਾਗਰ ਨੂੰ ਤਰ ਸਕਦਾ ਹੈ ਅਤੇ ਉਸਦੇ ਸਾਰੇ ਮਾਇਆਵੀ ਵਿਕਾਰ ਖਤਮ ਹੋ ਜਾਂਦੇ ਹਨ ਜੀ। ਭਾਵ ਸਾਰੇ ਕਾਮ, ਕ੍ਰੋਧ, ਲੋਭ, ਅਹੰਕਾਰ ਤੋਂ ਉਹ ਨਿਖਰ ਜਾਂਦਾ ਹੈ ਜੀ। ਉਸਨੂੰ ਤੰਗ ਨਹੀਂ ਕਰਦੇ ਅਤੇ ਪਰਮਾਤਮਾ ਦੀ ਹੋਂਦ ਅਤੇ ਉਸ ਦੀਆਂ ਦਿੱਤੀਆਂ ਦਾਤਾਂ ਦਾ ਅਹਿਸਾਸ ਹੁੰਦਾ ਹੈ ਜੀ। ਇਸ ਲਈ ਸਾਨੂੰ ਸੱਚੇ ਸਾਧਕ ਦੀ ਜ਼ਿੰਦਗੀ ਬਤੀਤ ਕਰਨੀ ਚਾਹੀਦੀ ਹੈ ਅਤੇ ਹਰ ਦੀ ਪਰਮਾਤਮਾ ਦੀ ਸੇਵਾ, ਨਾਮ ਜਪਣਾ। ਮਾਨੋ ਚਾਰੋਂ ਪਦਾਰਥ ਹਨ, ਉਹ ਪਰਮਾਤਮਾ ਹੀ ਸਾਡੀਆਂ ਸਾਰੀਆਂ ਮਨੋਕਾਮਨਾ ਪੂਰੀਆਂ ਕਰਨ ਵਾਲਾ ਇੱਕ ਵੱਡਾ ਦਰਖਤ ਹੈ ਜੀ ਅਤੇ ਸੱਚੇ ਸਾਧਕ ਦੀ ਜੀਵਨ ਜਿਉਣ ਨਾਲ ਹੀ ਦਰਖਤ ਦਾ ਫਲ ਅਸੀਂ ਚੱਖ ਸਕਦੇ ਹਾਂ ਜੀ। ਅੱਜ ਦਾ ਵਿਚਾਰ ਕਰਦਿਆਂ ਮੇਰੇ ਕੋਲੋਂ ਨੇਕਾਂ ਭੁੱਲਾਂ ਹੋਈਆਂ ਹੋਣਗੀਆਂ, ਉਸ ਵਾਸਤੇ ਮੈਂ ਖਿਮਾ ਦੀ ਜਾਚਕ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।